नमस्कार, खबरां दे इस बुलेटिन च तुहाडा स्वागत। मैं रजनी। पहला पेश ने चोणवीआं खबरां। प्रधानमंत्री नरेंद्र मोदी ने कहा है कि भारतीय डिजिटल अर्थव्यवस्था 2025 तक $1 ट्रिलियन तक पहुंच जाएगी। प्रधानमंत्री मोदी आज चीन विच शुरू हो रहे 2 रोज़ा 14वें ब्रिक्स शिखर सम्मेलन विच हिस्सा लैणगे। भारतीय चोण कमिशन ਵੱਲੋਂ राष्ट्रपति ਦੇ ਅਹੁਦੇ ਲਈ ਚੋਣ ਸੰਬੰਧੀ ਅਧਿਸੂਚਨਾ ਜਾਰੀ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਮਤਦਾਨ ਸ਼ੁਰੂ। ਗਿਣਤੀ ਅਤੇ ਨਤੀਜਾ 26 ਜੂਨ ਨੂੰ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਪਲਕ ਤੋਂ। ਅਫਗਾਨਿਸਤਾਨ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ 1000 ਤੋਂ ਵੱਧ ਵਿਅਕਤੀਆਂ ਦੀ ਮੌਤ ਅਤੇ 1500 ਤੋਂ ਵੱਧ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। प्रधानमंत्री नरेंद्र मोदी ने कहा कि सरकार ਨੂੰ इस साल भारत की अर्थव्यवस्था 7.5% ਦੀ ਦਰ ਨਾਲ ਵਧਣ ਦੀ ਉਮੀਦ ਹੈ। प्रधानमंत्री मोदी ने ब्रिक्स बिजनेस फोरम ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ ਕਿ 2025 ਤੱਕ ਭਾਰਤ ਦੀ ਡਿਜੀਟਲ ਅਰਥਵਿਵਸਥਾ $1 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਜਾਵੇਗੀ। ਉਨ੍ਹਾਂ ਭਾਰਤੀ ਅਰਥਵਿਵਸਥਾ ਦੀ ਮਜ਼ਬੂਤ ਸਥਿਤੀ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਸਮੇਂ ਦੇਸ਼ ਦੇ ਬੁਨਿਆਦੀ ਢਾਂਚੇ ਤਹਿਤ $1.5 ਟ੍ਰਿਲੀਅਨ ਅਮਰੀਕੀ ਡਾਲਰ ਨਿਵੇਸ਼ ਕਰਨ ਦਾ ਮੌਕਾ ਹੈ। प्रधानमंत्री नरेंद्र मोदी आज शुरू हो रहे 2 रोज़ा 14वें ब्रिक्स शिखर सम्मेलन विच हिस्सा लैणगे। इस सम्मेलन की मेजबानी चीन कर रहा है। वर्चुअली माध्यम राही होने वाले इस शिखर सम्मेलन का थीम आलमी विकास लई नवे दौर विच उच्च गुणवत्ता वाली ब्रिक्स भाईवाली नूं उत्साहित करना। चीन के राष्ट्रपति शी जिनपिंग शुक्रवार नूं मेहमान मुल्कां नाल आलमी पद्धर की एक उच्च पद्धरी विचार वटांदरे की प्रधानगी करनगे। इस विचार वटांदरे विच ब्रिक्स नेता ਅਤੇ ਪ੍ਰਸੰਗਕ ਉਭਰਦੇ ਬਾਜ਼ਾਰਾਂ ਦੇ ਨਾਲ ਵਿਕਾਸਸ਼ੀਲ ਮੁਲਕਾਂ ਦੇ ਆਗੂ ਵੀ ਸ਼ਿਰਕਤ ਕਰਨਗੇ। ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਬ੍ਰਿਕਸ ਸਾਰੇ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਦੇ ਮੁੱਦਿਆਂ ਤੇ ਚਰਚਾ ਕਰਨ ਦਾ ਇੱਕ ਮੰਚ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਕਸ ਮੁਲਕ ਸੰਗਠਨ ਨੂੰ ਹੋਰ ਜ਼ਿਆਦਾ ਸਮਾਵੇਸ਼ੀ ਅਤੇ ਨੁਮਾਇੰਦਗੀ ਵਾਲਾ ਬਣਾਉਣ ਲਈ ਬਹੁਪੱਖੀ ਪ੍ਰਣਾਲੀ ਵਿੱਚ ਸੁਧਾਰ ਲਈ ਲਗਾਤਾਰ ਸੱਦਾ ਦਿੰਦਾ ਆ ਰਿਹਾ ਹੈ। प्रधानमंत्री नरेंद्र मोदी आज नवी दिल्ली विच वणज ਅਤੇ ਸਨਅਤਾਂ ਮੰਤਰਾਲਾ ਦੇ ਨਵੇਂ ਕੰਪਲੈਕਸ ਵਾਣਿਜੀ ਭਵਨ ਦਾ ਉਦਘਾਟਨ ਕਰਨਗੇ। ਇਸ ਦੌਰਾਨ ਉਹ ਨਵਾਂ ਪੋਰਟਲ ਨਿਰਯਾਤ ਵੀ ਲਾਂਚ ਕਰਨਗੇ। ਨਿਰਯਾਤ ਪੋਰਟਲ ਸਾਰੇ ਹੀ ਸਰੋਕਾਰੀਆਂ ਲਈ ਭਾਰਤੀ ਵਿਦੇਸ਼ ਵਪਾਰ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜ਼ਰੂਰੀ ਸੂਚਨਾ ਮੁਹੱਈਆ ਕਰਵਾਉਣ ਲਈ ਵਨ ਸਟਾਪ ਪਲੇਟਫਾਰਮ ਵਜੋਂ ਵਿਕਸਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਜ਼ਿਕਰਯੋਗ ਹੈ ਕਿ ਵਾਣਿਜੀ ਭਵਨ ਇੰਡੀਆ ਗੇਟ ਨੇੜੇ ਉਸਾਰਿਆ ਗਿਆ। प्रधानमंत्री नरेंद्र मोदी ने विश्वास प्रकट किया है कि एनडीए वालों ऐलाने राष्ट्रपति उम्मीदवार श्रीमती द्रौपदी मुर्मू भारत के एक महान राष्ट्रपति होंगे। प्रधानमंत्री ने कहा कि उन्होंने अपना पूरा जीवन समाज गरीबों के हशीए ते रह रहे लोगों के सशक्तिकरण लिए समर्पित किया है। प्रधानमंत्री ने कहा कि द्रौपदी कोल बेहतर प्रशासनिक तजर्बा है और राज्यपाल वजों उन्हां दा कार्यकाल भी शानदार रहा है। मोदी ने कहा कि करोड़ों लोग खास करके जिन्हां ने गरीबी और परेशानी का सामना किया है और द्रौपदी मुर्मू की जिंदगी तो प्रेरणा लैंदे ने। प्रधानमंत्री ने कहा कि उन्हां दी नीतिगत मामलों बारे समझ और संवेदनशील सुभाਅ नाल देश नूं फायदा होवेगा। ਭਾਰਤੀ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਸੰਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਰਾਸ਼ਟਰਪਤੀ ਚੋਣ ਲਈ ਨਿਯੁਕਤ ਰਿਟਰਨਿੰਗ ਅਧਿਕਾਰੀ ਪੀਸੀ ਮੋਦੀ ਨੇ ਦੱਸਿਆ ਹੈ ਕਿ ਉਮੀਦਵਾਰ ਜਾਂ ਉਸ ਦਾ ਪ੍ਰਸਤਾਵ ਰੱਖਣ ਬਾਰੇ ਜਾਂ ਸਮਰਥਕਾਂ ਵਿੱਚੋਂ ਕਿਸੇ ਇੱਕ ਦੁਆਰਾ 29 ਜੂਨ ਛੁੱਟੀ ਵਾਲਾ ਦਿਨ ਛੱਡ ਕੇ ਸੰਸਦ ਭਵਨ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਨਾਲ ਉਸ ਪਾਰਲੀਮਾਨੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਉਮੀਦਵਾਰ ਦੇ ਸੰਬੰਧ ਦੇ ਇੰਦਰਾਜ ਦੀ ਇੱਕ ਪ੍ਰਮਾਣਿਕ ਕਾਪੀ ਲਾਉਣਾ ਜ਼ਰੂਰੀ ਹੈ, ਜਿਸ ਵਿੱਚ ਉਮੀਦਵਾਰ ਵੋਟਰ ਦੇ ਰੂਪ ਵਿੱਚ ਰਜਿਸਟਰਡ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 30 ਜੂਨ ਨੂੰ ਹੋਵੇਗੀ। 2 ਜੁਲਾਈ 3 ਵਜੇ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਨੇ। ਵੋਟਾਂ 18 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। केंद्र सरकार ने देश के नौजवानों ਲਈ अग्निपथ योजना शुरू की है, जिस बारे भरम भुलेखे पा के उन्होंने गुमराह किया जा रहा है। केंद्र ने अग्निपथ योजना बारे कुछ तत्थ लोगों सामने रखे ने। इन्हां विच योजना की सही जानकारी दी गई है।
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਮਤਦਾਨ ਸ਼ੁਰੂ ਹੋ ਗਿਆ ਹੈ। ਨਿਰਪੱਖ ਤੇ ਅਮਨ ਅਮਾਨ ਨਾਲ ਮਤਦਾਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਸੰਗਰੂਰ ਜ਼ਿਮਨੀ ਚੋਣ ਲਈ ਕਰੀਬ 16 ਲੱਖ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ, ਜਿਨ੍ਹਾਂ ਵਿੱਚ 8,30,056 ਪੁਰਸ਼ ਅਤੇ 7,39,140 ਮਹਿਲਾ ਵੋਟਰਾਂ ਤੋਂ ਇਲਾਵਾ 44 ਟਰਾਂਸਜੈਂਡਰ ਵੋਟਰ ਵੀ ਸ਼ਾਮਲ ਨੇ। ਵੋਟਾਂ ਪਾਉਣ ਦੇ ਕੰਮ ਦੇ ਲਈ ਕੁੱਲ 1,766 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ। ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਲੋਕ ਸਭਾ ਲਈ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਭਾਜਪਾ ਉਮੀਦਵਾਰਾਂ ਸਮੇਤ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਭਾਰਤੀ ਜਨਤਾ ਪਾਰਟੀ ਨੇ ਸਾਬਕਾ ਵਿਧਾਨਕਾਰ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਥਾਪਿਆ ਹੈ, ਜੋ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਸਨ। ਕਾਂਗਰਸ ਪਾਰਟੀ ਨੇ ਸਾਬਕਾ ਵਿਧਾਨਕਾਰ ਦਲਵੀਰ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਲਦੀਪ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੀ ਚੋਣ ਮੈਦਾਨ ਵਿੱਚ ਨੇ। ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਨੂੰ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸੰਗਰੂਰ ਲੋਕ ਸਭਾ ਸੀਟ ਭਗਵੰਤ ਮਾਨ ਵੱਲੋਂ ਅਸਤੀਫੇ ਦਿੱਤੇ ਜਾਣ ਕਾਰਨ ਖਾਲੀ ਹੋਈ ਸੀ। ਪੰਜਾਬ ਵਿਧਾਨ ਸਭਾ ਦਾ ਬਜਟ ਭਲਕੇ ਸ਼ੁਰੂ ਹੋਵੇਗਾ ਤੇ ਇਹ 23 ਜੂਨ ਤੱਕ ਚੱਲੇਗਾ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਵਿੱਚ ਸਿਖਰ ਕਾਲ ਦੌਰਾਨ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਣ ਲਈ ਲੋਕ ਸਭਾ ਦੀ ਤਰਜ਼ ਤੇ ਡਰਾਅ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। ਵਿਧਾਇਕਾਂ ਤੋਂ ਸ਼ਾਮ ਨੂੰ ਉਨ੍ਹਾਂ ਦੇ ਸਿਫਰ ਕਾਲ ਦੇ ਸਵਾਲ ਲਏ ਜਾਣਗੇ, ਜਿਨ੍ਹਾਂ ਚੋਂ ਲਗਭਗ 20 ਸਵਾਲ ਡਰਾਅ ਰਾਹੀਂ ਚੁਣੇ ਜਾਣਗੇ, ਜਿਨ੍ਹਾਂ ਦਾ ਬਾਅਦ ਵਿੱਚ ਉਨ੍ਹਾਂ ਵਿਧਾਇਕਾਂ ਨੂੰ ਜਵਾਬ ਭੇਜਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ ਵਿਭਾਗ ਨੂੰ ਸੂਬੇ ਦੀ ਕਪਾਹ ਪੱਟੀ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਕੁਝ ਖੇਤਰਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਰਿਪੋਰਟਸ ਦਾ ਨੋਟਿਸ ਲੈਂਦਿਆਂ ਖੇਤੀਬਾੜੀ ਵਿਭਾਗ ਨੂੰ ਕਪਾਹ ਪੱਟੀ ਵਿੱਚ ਪੱਕੇ ਤੌਰ ਤੇ ਆਪਣੀਆਂ ਟੀਮਾਂ ਤਾਇਨਾਤ ਕਰਨ ਲਈ ਆਖਿਆ, ਤਾਂ ਜੋ ਸ਼ੁਰੂਆਤੀ ਪੜਾਅ ਵਿੱਚ ਹੀ ਹਮਲੇ ਦੀ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟੀਮਾਂ ਕਿਸਾਨਾਂ ਨਾਲ ਸਲਾਹ ਕਰਕੇ ਲੋੜੀਂਦੀ ਕਾਰਵਾਈ ਕਰਨ। ਕੇਂਦਰ ਨੇ ਆਂਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲਾ ਦੇ ਰਾਸ਼ਟਰੀ ਆਂਕੜਾ ਦਫ਼ਤਰ ਵੱਲੋਂ ਮੋਹਾਲੀ ਵਿਖੇ 3 ਦਿਨਾਂ ਖੇਤਰੀ ਸਿਖਲਾਈ ਕਾਨਫਰੰਸ ਸ਼ੁਰੂ ਹੋ ਗਈ ਹੈ। ਇਸ ਕਾਨਫਰੰਸ ਵਿੱਚ ਫੀਲਡ ਵਿੱਚ ਕੰਮ ਕਰਨ ਵਾਲੇ ਸਟਾਫ ਨੂੰ ਆਂਕੜੇ ਇਕੱਠਾ ਕਰਨ ਲਈ ਲੋੜੀਂਦੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਮੋਹਾਲੀ ਵਿਖੇ ਸਥਿਤ ਮੰਤਰਾਲਾ ਦੇ ਖੇਤਰੀ ਦਫ਼ਤਰ ਦੇ सर्वेक्षण के 79 राउंड से रिलेटेड है और इस बार के जो हमारे टॉपिक्स हैं वो है कॉम्प्रहेंसिव एनुअल मॉड्यूलर सर्वे और दूसरा हमारा जो टॉपिक है वो सर्वे आयुष। ये जो आयुष के ऊपर सर्वेक्षण है ये पहली बार हो रहा है। इसमें हमें एक्चुअली जो आयुष का जो पेनिट्रेशन है जो हमारी पॉपुलेशन में आयुष के प्रति लोग कितने जागरूक हैं, उनकी जानकारी कितनी है, उनका जो है आयुष ट्रीटमेंट में खर्चा कितना हो रहा है, इसके संबंधित हम लोग इसके ऊपर जानकारी लेंगे। ਇਸ ਸਿਖਲਾਈ ਪ੍ਰੋਗਰਾਮ ਲਈ ਫੈਸਿਲਿਟੇਟਰ ਵਜੋਂ ਨਾਮਜ਼ਦ ਕੀਤੇ ਗਏ ਕੋਲਕਾਤਾ ਦੇ ਡਿਪਟੀ ਡਾਇਰੈਕਟਰ ਜਨਰਲ ਸੰਜੀਵ ਬਾਸੂ ਨੇ ਕੇਂਦਰ ਤੇ ਰਾਜ ਪੱਧਰ ਤੇ ਨੀਤੀਆਂ ਦੇ ਨਿਰਮਾਣ ਵਿੱਚ ਗੁਣਵੱਤਾ ਆਧਾਰਿਤ ਵਿਸਥਾਰਤ ਆંકੜਿਆਂ ਦੀ ਲੋੜ ਤੇ ਜ਼ੋਰ ਦਿੱਤਾ। DES ਦੇ ਆਰਥਿਕ ਸਲਾਹਕਾਰ ਮੋਹਨ ਲਾਲ ਸ਼ਰਮਾ ਨੇ ਵੀ ਨੀਤੀ ਨਿਰਮਾਣ ਵਿੱਚ ਸਮਾਜਿਕ ਆਰਥਿਕ ਸਰਵੇਖਣਾਂ ਦੀ ਮਹੱਤਤਾ ਤੇ ਰੋਸ਼ਨੀ ਪਾਈ। ਫਰੀਦਕੋਟ ਦੇ ਇੰਚਾਰਜ SRO ਪੂਜਾ ਨੇ ਸਿਖਲਾਈ ਬਾਰੇ ਜਾਣਕਾਰੀ ਦਿੱਤੀ। कॉम्प्रिहेंसिव एनुअल मॉड्यूलर सर्वे है और आयुष के ऊपर ये डेटा जो कलेक्ट होते हैं ये डेटा को प्रोसेस किया जाता है कोलकाता में और डेटा का जो भी वैलिडेशंस वगैरह होते हैं, जो भी डेटा को क्वालिटी इम्प्रूवमेंट के लिए जो भी फीडबैक्स होते हैं वो हम लोग इनको ये प्रोवाइड करते हैं। रिगार्डिंग आयुष सर्वे है, कैम्स है, जिसमें इंडिकेटर्स हैं सस्टेनेबल डेवलपमेंट गोल के। अभी तो जस्ट स्टार्ट हुई है, अभी 3 दिन की ट्रेनिंग है और 3 दिन में देखो काफी कुछ सीखा। ਅਫਗਾਨਿਸਤਾਨ ਵਿੱਚ ਆਏ ਜ਼ਬਰਦਸਤ ਭੂਚਾਲ ਵਿੱਚ 1000 ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ 1500 ਤੋਂ ਵੱਧ ਹੋਰ ਵਿਅਕਤੀ ਜ਼ਖਮੀ ਹੋਏ ਨੇ। ਵਿਦੇਸ਼ੀ ਏਜੰਸੀਆਂ ਅਨੁਸਾਰ ਅਫਗਾਨਿਸਤਾਨ ਦੇ ਪਾਕਟਿਕਾ ਪ੍ਰਾਂਤ ਵਿੱਚ ਬਾਰਮਾਲਾ, ਜ਼ੀਰੁਕ, ਨਾਕਾ ਅਤੇ ਗਿਆਨ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਹੋਸਟ ਪ੍ਰਾਂਤ ਦੇ ਸਪਾਰੀ ਜ਼ਿਲ੍ਹੇ ਵਿੱਚ ਵੀ ਭੂਚਾਲ ਕਾਰਨ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਅਧਿਕਾਰੀਆਂ ਵੱਲੋਂ ਮ੍ਰਿਤਕਾਂ ਦੀ ਸੰਖਿਆ ਵਿੱਚ ਵਾਧੇ ਦਾ ਖਦਸ਼ਾ
ਜ਼ਾਹਰ ਕੀਤਾ ਜਾ ਰਿਹਾ ਹੈ। ਖਬਰ ਏਜੰਸੀ ਰਾਇਟਰ ਨੇ ਪੂਰਬੀ ਅਫਗਾਨਿਸਤਾਨ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.1 ਦੱਸੀ ਹੈ। ਪਾਕਟਿਕਾ ਪ੍ਰਾਂਤ ਵਿੱਚ ਸਭ ਤੋਂ ਵੱਧ 100 ਮੌਤਾਂ ਹੋਈਆਂ ਨੇ। ਇਧਰ ਭਾਰਤ ਵਿੱਚ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਵੀ ਭੂਚਾਲ ਆਉਣ ਦੀਆਂ ਖਬਰਾਂ ਮਿਲੀਆਂ ਨੇ। ਇਸ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਫਿਲਹਾਲ ਇਸ ਭੂਚਾਲ ਕਾਰਨ ਜੰਮੂ ਕਸ਼ਮੀਰ ਵਿੱਚ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਬੀਤੇ ਸ਼ੁੱਕਰਵਾਰ ਵੀ ਜੰਮੂ ਕਸ਼ਮੀਰ ਵਿੱਚ 5 ਦੀ ਤੀਬਰਤਾ ਬਾਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਖਬਰਾਂ ਦੀ ਬੁਲੇਟਿਨ ਸਾਡੇ ਦਰਸ਼ਕ RNU DDK ਚਲਾਉਂਦਾ ਦੇ YouTube ਚੈਨਲ, Facebook ਪੇਜ ਤੇ ਟਵਿੱਟਰ ਹੈਂਡਲ ਤੇ ਵੀ ਦੇਖ ਸਕਦੇ ਨੇ। ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਡਿਜੀਟਲ ਅਰਥ ਵਿਵਸਥਾ 2025 ਤੱਕ $1 ਟ੍ਰਿਲੀਅਨ ਤੱਕ ਪਹੁੰਚ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਅੱਜ ਚੀਨ ਵਿੱਚ ਸ਼ੁਰੂ ਹੋ ਰਹੇ 2 ਰੋਜ਼ਾ 14ਵੇਂ ਬ੍ਰਿਕਸ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਭਾਰਤੀ ਚੋਣ ਕਮਿਸ਼ਨ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਸੰਬੰਧੀ ਅਧਿਸੂਚਨਾ ਜਾਰੀ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਮਤਦਾਨ ਸ਼ੁਰੂ। ਗਿਣਤੀ ਅਤੇ ਨਤੀਜਾ 26 ਜੂਨ ਨੂੰ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਪਲਕ ਤੋਂ। ਅਫਗਾਨਿਸਤਾਨ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ 1000 ਤੋਂ ਵੱਧ ਵਿਅਕਤੀਆਂ ਦੀ ਮੌਤ ਅਤੇ 1500 ਤੋਂ ਵੱਧ ਜ਼ਖਮੀ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ ਤੇ ਤੁਸੀਂ ਵੀ ਘਰੋਂ ਬਾਹਰ ਨਿਕਲ ਲੱਗੇ ਮਾਸਕ ਜ਼ਰੂਰ ਪਹਿਨੋ। ਦਿਓ ਆਗਿਆ। ਨਮਸਕਾਰ।